ਬੱਚਿਓ ਅੱਜ ਆਪਾਂ ਕਹਾਣੀ ਕਰ ਰਹੇ ਹਾਂ ਸਾਂਝ ਜੋ ਕਿ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਸੁਜਾਨ ਸਿੰਘ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਲੈਂਦੇ ਹਾਂ। ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਈਸਵੀ ਨੂੰ ਡੇਰਾ ਬਾਬਾ ਨਾਨਕ ਵਿਖੇ ਮਾਤਾ ਜਮਨਾ ਦੇਵੀ ਦੀ ਕੁੱਖੋਂ ਸਰਦਾਰ ਹਕੀਮ ਸਿੰਘ ਦੇ ਘਰ ਹੋਇਆ। ਆਪ ਦੀ ਵਿਦਿਅਕ ਯੋਗਤਾ MA BA BT ਅਤੇ ਕਿੱਤਾ ਅਧਿਆਪਨ ਸੀ। ਆਪ ਸਕੂਲ ਅਧਿਆਪਕ ਅਤੇ ਕਾਲਜ ਲੈਕਚਰਾਰ ਅਤੇ ਪ੍ਰਿੰਸੀਪਲ ਦੇ ਅਹੁਦੇ 'ਤੇ ਕੰਮ ਕਰਦੇ ਰਹੇ। ਆਪ ਦਾ ਦੇਹਾਂਤ 21 ਅਪ੍ਰੈਲ 1993 ਨੂੰ ਈਸਵੀ ਨੂੰ ਹੋਇਆ। ਸੁਜਾਨ ਸਿੰਘ ਨੇ ਕਵਿਤਾ, ਵਾਰਤਕ ਅਤੇ ਸਵੈ ਜੀਵਨੀ ਲਿਖੀ, ਪਰ ਉਹਨਾਂ ਦੀ ਪ੍ਰਸਿੱਧੀ ਸੀ ਜਿਹੜੀ ਉਹ ਕਹਾਣੀਕਾਰ ਦੇ ਤੌਰ 'ਤੇ ਹੋਈ। ਉਹਨਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ਹਨ ਦੁੱਖ ਸੁੱਖ ਤੋਂ ਪਿੱਛੋਂ, ਨਰਕਾਂ ਦੇ ਦੇਵਤੇ, ਪਸ਼ੂ ਮਨੁੱਖ ਅਤੇ ਪਸ਼ੂ, ਸਭ ਰੰਗ ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਤੇ ਗਾਂ। ਉਸਨੂੰ ਸ਼ਹਿਰ ਤੇ ਗਾਂ ਲਈ ਸਾਹਿਤਕ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਮਿਲਿਆ। ਕਹਾਣੀਕਾਰ ਜਿਹੜਾ ਸੀ, ਇਹਦੇ ਕਹਾਣੀ ਬਾਰੇ ਕੀ ਕਿਹਾ ਉਹਨੇ, ਇਹਦੇ ਜੋ 60ਵਿਆਂ ਦੇ ਵਿਕਾਸ ਪੜਾਅ ਦੇ ਪਿਛੋਕੜ ਵਿੱਚ ਲਿਖੀ ਗਈ ਹੈ। ਇਸ ਵਿੱਚ ਇੱਕ ਪ੍ਰੋਫੈਸਰ ਅਤੇ ਸਾਈਕਲ 'ਤੇ ਚੜ੍ਹੇ ਇੱਕ ਆਮ ਪੇਂਡੂ ਨੌਜਵਾਨ ਵਿਚਕਾਰ ਹਮਦਰਦੀ ਦੇ ਜਜ਼ਬੇ ਦੁਆਰਾ ਇੱਕ ਸਾਂਝ ਵਿਖਾਈ ਗਈ ਹੈ। ਗਰਮੀਆਂ ਦੀ ਇੱਕ ਦੁਪਹਿਰ ਨੂੰ ਪੈਦਲ ਚੱਲ ਰਹੀ ਇੱਕ ਬੁੱਢੀ ਨੂੰ ਸਾਈਕਲ ਉੱਤੇ ਜਾ ਰਿਹਾ ਪ੍ਰੋਫੈਸਰ ਹਮਦਰਦੀ ਦੇ ਭਾਵ ਨਾਲ ਸਾਈਕਲ ਉੱਤੇ ਬਿਠਾ ਲੈਂਦਾ ਹੈ। ਉਹ ਸਮਝ ਲੈਂਦਾ ਹੈ ਕਿ ਉਹ ਰਾਹ ਜਾ ਰਹੇ ਚੀਰੇ ਵਾਲੇ ਸਾਈਕਲ ਸਵਾਰ ਨੇ ਉਸਨੂੰ ਬੁੱਢੀ ਇਸਤਰੀ ਨੂੰ ਕਹਿਣ ਦੇ ਬਾਵਜੂਦ ਵੀ ਸਾਈਕਲ 'ਤੇ ਨਹੀਂ ਸੀ ਬਿਠਾਇਆ। ਇਸ ਤਰ੍ਹਾਂ ਉਹ ਨੌਜਵਾਨ ਪੱਥਰ ਦਿਲ ਸੀ। ਪਰ ਆਪਣੇ ਪੜਾਅ 'ਤੇ ਪਹੁੰਚ ਕੇ ਪ੍ਰੋਫੈਸਰ ਨੇ ਜਦੋਂ ਬੁੱਢੀ ਇਸਤਰੀ ਨੂੰ ਉਤਾਰਿਆ ਤਾਂ ਉਹੀ ਨੌਜਵਾਨ ਵਾਪਸ ਉੱਥੇ ਪਹੁੰਚ ਗਿਆ। ਅਸਲ ਵਿੱਚ ਉਹ ਨੌਜਵਾਨ ਦੇ ਮਨ ਵਿੱਚ ਇੱਕ ਬੁੱਢੀ ਇਸਤਰੀ ਲਈ ਇੱਕ ਡੂੰਘੀ ਹਮਦਰਦੀ ਸੀ ਅਤੇ ਉਹ ਕਿਸੇ ਜ਼ਰੂਰੀ ਕੰਮ ਕਾਰਨ ਅੱਗੇ ਲੰਘ ਆਇਆ ਸੀ। ਉਹ ਸਾਈਕਲ ਸਵਾਰ ਨੂੰ ਬਿਠਾਉਣ ਲਈ ਵਾਪਸ ਮੁੜ ਰਿਹਾ ਸੀ। ਠੀਕ ਹੈ। ਇਸ ਤਰ੍ਹਾਂ ਪ੍ਰੋਫੈਸਰ ਅਤੇ ਚੀਰੇ ਵਾਲੇ ਨੌਜਵਾਨ ਵਿੱਚ ਉਮਰ, ਪੜ੍ਹਾਈ, ਅਹੁਦੇ ਅਤੇ ਹੋਰ ਵੱਖਰੇਪਣ ਹੋ ਸਕਦੇ ਨੇ, ਪਰ ਕਿਸੇ ਪੀੜਤ ਹਮਰਾਹੀ ਲਈ ਹਮਦਰਦੀ ਦੀ ਭਾਵਨਾ ਅਤੇ ਆਪਣੇ ਵਿੱਤ ਅਨੁਸਾਰ ਮਦਦ ਕਰਨ ਦਾ ਜਜ਼ਬਾ ਉਹਨਾਂ ਵਿਚਕਾਰ ਡੂੰਘੀ ਸਾਂਝ ਬਣ ਜਾਂਦੀ ਹੈ। ਕਹਾਣੀ ਇਹ ਦਰਸਾਉਂਦੀ ਹੈ ਕਿ ਹਮਦਰਦੀ ਦੀ ਭਾਵਨਾ ਸਦਕਾ ਅਸੀਂ ਇੱਕ ਦੂਜੇ ਨੂੰ ਮਨੁੱਖ ਦੇ ਰੂਪ ਵਿੱਚ ਪਛਾਣਦੇ ਹਾਂ। ਇਹ ਜਿਹੜੀ ਸੁਜਾਨ ਸਿੰਘ ਦੀ ਲਿਖੀ ਹੋਈ ਕਹਾਣੀ ਹੈ, ਆਪਾਂ ਵਿਸਥਾਰ ਨਾਲ ਪੜ੍ਹਦੇ ਹਾਂ ਹੁਣ। ਇਹਦੇ ਵਿੱਚ ਕਹਾਣੀਕਾਰ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਸੇ ਪ੍ਰਤੀ ਦਿਖਾਈ ਗਈ ਹਮਦਰਦੀ ਇੱਕ ਦੂਜੇ ਵਿੱਚ ਸਾਂਝ ਪੈਦਾ ਕਰ ਦਿੰਦੀ ਹੈ ਅਤੇ ਬੰਦਾ ਇੱਕ ਦੂਸਰੇ ਵਿੱਚ ਇਨਸਾਨੀਅਤ ਦਾ ਰੂਪ ਵੇਖਦਾ ਹੈ। ਕਹਾਣੀ ਦੇ ਸ਼ੁਰੂ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰੋਫੈਸਰ ML ਮਲਹੋਤਰਾ ਕਾਲਜ ਵਿੱਚ ਛੁੱਟੀ ਹੋਣ 'ਤੇ ਬਾਹਰ ਨਿਕਲਿਆ। ਪੱਕੀ ਸੜਕ ਤੱਕ ਕੁਝ ਰਸਤਾ ਕੱਚਾ, ਰੋੜਿਆਂ ਭਰਿਆ ਅਤੇ ਉੱਚਾ ਨੀਵਾਂ ਹੋਣ ਕਰਕੇ ਉਸਨੂੰ ਸਾਈਕਲ ਵਿੱਚ ਚਲਾਉਣ ਵਿੱਚ ਕਾਫੀ ਜ਼ੋਰ ਲਾਉਣਾ ਪਿਆ। ਅੰਤ ਉਹ ਪੱਕੀ ਸੜਕ ਉੱਤੇ ਜਾ ਚੜ੍ਹਿਆ। ਚੜ੍ਹਦੇ ਜੇਠ ਦੀ ਗਰਮੀ ਆਪਣੇ ਜ਼ੋਰਾਂ ਵਿੱਚ ਸੀ ਅਤੇ ਉਸਨੇ ਵੇਖਿਆ ਕਿ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੇ ਬਾਹਰ ਇੱਕ ਧਰੇਕ ਹੇਠ ਕੁਝ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ ਅਤੇ ਕੁਝ ਸੜਕ ਦੇ ਬਣੇ ਬੱਸ ਸਟੈਂਡ ਉੱਤੇ ਖੜ੍ਹੀਆਂ ਸਨ। ਹੁਣ ਸੜਕ ਢਲਵਾਨ ਵਾਲੀ ਆ ਗਈ ਸੀ, ਜਿਸ ਨੂੰ ਪ੍ਰੋਫੈਸਰ ਨੇ ਤੇਜ਼ੀ ਨਾਲ ਪਾਰ ਕਰਨਾ ਸੀ ਕੀਤਾ ਅਤੇ ਫਿਰ ਉਸਨੂੰ ਪੱਧਰੀ ਸੜਕ 'ਤੇ ਗਰਮੀ ਕਾਰਨ ਲੁੱਕ ਪਿਘਲੀ ਹੋਈ ਸੀ। ਪ੍ਰੋਫੈਸਰ ਗਰਮੀ ਨਾਲ ਪਸੀਨੋ ਪਸੀਨੀ ਹੋਇਆ ਪਿਆ ਸੀ। ਪ੍ਰੋਫੈਸਰ ਨੇ ਸੋਚਦੇ ਹੋਏ ਦੇਖਿਆ ਕਿ ਇੱਕ ਨੌਜਵਾਨ ਜਿਸ ਦੇ ਸਿਰ 'ਤੇ ਲਾਲ ਚੀਰਾ ਬੰਨ੍ਹਿਆ ਹੋਇਆ ਸੀ, ਖੜਖੜ ਕਰਦਾ ਸਾਈਕਲ ਉੱਤੇ ਉਸਦੇ ਕੋਲੋਂ ਲੰਘ ਗਿਆ। ਪਹਿਲਾਂ ਤਾਂ ਉਸਨੇ ਸੋਚਿਆ ਕਿ ਸਾਈਕਲ ਤੇਜ਼ ਕਰਕੇ ਉਸ ਨੌਜਵਾਨ ਤੋਂ ਅੱਗੇ ਲੰਘ ਜਾਵੇ, ਪਰ ਫਿਰ ਉਸਨੇ ਇਹ ਖਿਆਲ ਛੱਡ ਦਿੱਤਾ। ਪ੍ਰੋਫੈਸਰ ਦੇ ਵਾਲ ਭਾਵੇਂ ਚਿੱਟੇ ਹੋ ਗਏ ਸਨ, ਪਰ ਸਿਹਤ ਪੱਖੋਂ ਉਹ ਤਕੜਾ ਸੀ। ਜਦੋਂ ਪ੍ਰੋਫੈਸਰ ਸਾਈਕਲ 'ਤੇ ਜਾ ਰਿਹਾ ਸੀ ਤਾਂ ਉਸ ਨੂੰ ਇੱਕ ਭਾਰਤੀ ਲੀਡਰ ਦਾ ਕਥਨ ਯਾਦ ਆਇਆ ਕਿ ਅੱਜ ਜਦੋਂ ਦੂਜੇ ਦੇਸ਼ਾਂ ਵਿੱਚ ਸਪੁਤਨਿਕ ਹਵਾਈ ਜਹਾਜ਼ਾਂ ਅਤੇ ਕਾਰ ਦਾ ਯੁੱਗ ਆ ਗਿਆ,
ਉੱਥੇ ਅਜੇ ਭਾਰਤ ਜਿਹੜਾ ਉਹ ਅਜੇ ਸਾਈਕਲ ਯੁੱਗ ਤੱਕ ਹੀ ਪੁੱਜਾ ਹੈ। ਪਰ ਲੇਖਕ ਨੂੰ ਜਾਪਿਆ ਕਿ ਭਾਰਤ ਅਜੇ ਸਾਈਕਲ ਯੁੱਗ ਤੱਕ ਵੀ ਨਹੀਂ ਪੁੱਜਿਆ ਸੀ, ਕਿਉਂਕਿ ਇੱਥੇ ਸਾਈਕਲ ਵੀ ਕੁਝ ਲੋਕਾਂ ਕੋਲ ਹੀ ਸਨ, ਅਤੇ ਉਸਨੂੰ ਇਹ ਗਲਤ ਲੱਗਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ। ਲੇਖਕ ਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਜੋ ਉਸਦੇ ਚਿੱਟੇ ਕੱਪੜਿਆਂ ਵਿੱਚ ਲੁਕੀ ਹੋਈ ਸੀ। ਪ੍ਰੋਫੈਸਰ ਨੂੰ ਇਸ ਤੇਜ਼ ਗਰਮੀ ਵਿੱਚ ਜੂਝਦੀ ਹੋਈ ਤੁਰੀ ਜਾਂਦੀ ਇੱਕ ਤੀਵੀਂ ਮਿਲੀ। ਉਸ ਤੀਵੀਂ ਨੇ ਪ੍ਰੋਫੈਸਰ ਸਾਹਿਬ ਨੂੰ ਸਾਈਕਲ 'ਤੇ ਬਿਠਾਉਣ ਲਈ ਤਰਲਾ ਮਾਰਿਆ। ਪਹਿਲਾਂ ਤਾਂ ਪ੍ਰੋਫੈਸਰ ਅੱਗੇ ਲੰਘ ਗਿਆ, ਪਰ ਕੁਝ ਦੇਰ ਬਾਅਦ ਉਸ ਦਾ ਸਾਈਕਲ ਆਪਣੇ ਆਪ ਹੀ ਰੁਕ ਗਿਆ। ਪ੍ਰੋਫੈਸਰ ਨੂੰ ਮਾਈ ਨੇ ਦੱਸਿਆ ਕਿ ਉਸਨੇ ਬਾਗਾਂ ਵਾਲੇ ਕੋਲ ਸਹੇੜੇ ਜਾਣਾ ਹੈ। ਪ੍ਰੋਫੈਸਰ ਨੇ ਸਮਝਿਆ ਸੀ ਕਿ ਸ਼ਾਇਦ ਉਸਨੇ ਸ਼ਹਿਰ ਜਾਣਾ ਹੈ, ਜੋ ਉੱਥੋਂ ਮੀਲ ਕੁ ਵਿੱਥ 'ਤੇ ਸੀ, ਪਰੰਤੂ ਬਾਗਾਂ ਵਾਲਾ ਤਾਂ ਉੱਥੋਂ 9 ਮੀਲ ਦੀ ਵਿੱਥ 'ਤੇ ਸੀ। ਪ੍ਰੋਫੈਸਰ ਨੇ ਮਾਈ ਨੂੰ ਸ਼ਹਿਰ ਤੱਕ ਜਾਣ ਦਾ ਵਾਅਦਾ ਕਰਕੇ ਸਾਈਕਲ 'ਤੇ ਬਿਠਾ ਲਿਆ। ਮਾਈ ਬੁੱਢੀ ਸਰੀਰਕ ਤੌਰ 'ਤੇ ਬਹੁਤ ਕਮਜ਼ੋਰ ਸੀ। ਉਸ ਨੂੰ ਚੰਗੀ ਤਰ੍ਹਾਂ ਦਿਸਦਾ ਵੀ ਨਹੀਂ ਸੀ। ਉਸਦੇ ਨੰਗੇ ਪੈਰੀ ਸੜਦੀ ਧੂੜ ਵਿੱਚ ਜਾ ਰਹੀ ਸੀ। ਉਸਦੀ ਸੁੱਥਣ ਗੰਦੀ 'ਤੇ 100 ਟਾਕੀਆਂ ਲੱਗੀਆਂ ਹੋਈਆਂ ਸਨ। ਉਸਦਾ ਕੁੜਤਾ ਵੀ ਮੈਲ ਨਾਲ ਭਰਿਆ ਹੋਇਆ ਸੀ, ਅਤੇ ਉਸਦੀ ਚੁੰਨੀ ਸੀ ਜਿਹੜੀ ਉਹ ਤੰਦੋ ਤੰਦ ਹੋਈ ਪਈ ਸੀ। ਉਸਦੇ ਸਰੀਰ ਵਿੱਚੋਂ ਗੰਦਾ ਪਸੀਨਾ ਵਹਿ ਰਿਹਾ ਸੀ। ਬੁੱਢੀ ਮਾਈ ਦੇ ਗੰਦੇ ਪਸੀਨੇ ਨੂੰ ਵੇਖ ਕੇ ਪ੍ਰੋਫੈਸਰ ਦਾ ਦਿਲ ਮਿਚਕ ਗਿਆ, ਪਰ ਉਹ ਆਪਣੇ ਆਪ ਨੂੰ ਫਸਿਆ ਅਨੁਭਵ ਕਰ ਰਿਹਾ ਸੀ। ਬੁੱਢੀ ਸਾਈਕਲ 'ਤੇ ਚੜ੍ਹ ਵੀ ਨਹੀਂ ਸੀ ਸਕਦੀ। ਹੁਣ ਦੜ ਵੱਟ ਕੇ ਪ੍ਰੋਫੈਸਰ ਨੇ ਬੁੱਢੀ ਮਾਈ ਦਾ ਗੰਦਾ ਜਿਹਾ ਥੈਲਾ ਸਾਈਕਲ ਦੇ ਮੂਹਰੇ ਟੰਗਿਆ ਅਤੇ ਉਸ ਨੂੰ ਆਪਣੀ ਬਾਂਹ ਦਾ ਸਹਾਰਾ ਦੇ ਕੇ ਕੈਰੀਅਰ ਉੱਤੇ ਬਿਠਾ ਲਿਆ। ਪ੍ਰੋਫੈਸਰ ਨੂੰ ਬੁੱਢੀ ਮਾਈ ਬਾਰੇ ਪਤਾ ਲੱਗਾ ਕਿ ਉਸਦਾ ਕੋਈ ਅੰਗ ਸਾਕ ਨਹੀਂ ਸੀ, ਪਰ ਪਿੰਡ ਵਿੱਚ ਉਸਦੀ ਇੱਕ ਝੁੱਗੀ ਤੋਂ ਸਿਵਾਏ ਕੁਝ ਨਹੀਂ ਸੀ। ਆਂਢ ਗੁਆਂਢ ਵਾਲੇ ਉਸਨੂੰ ਕੁਝ ਦੇ ਦਿੰਦੇ ਸਨ ਤਾਂ ਉਹ ਖਾ ਲੈਂਦੀ ਸੀ, ਪਰ ਮੰਗਣ ਨਹੀਂ ਸੀ ਜਾਂਦੀ। ਪ੍ਰੋਫੈਸਰ ਚਾਹੁੰਦੇ ਹੋਏ ਵੀ ਉਸ ਬੁੱਢੀ ਨੂੰ ਆਪਣੇ ਘਰ ਨਹੀਂ ਸੀ ਲਿਜਾ ਸਕਦਾ। ਉਸ ਬੁੱਢੀ ਨੂੰ ਬੱਸ ਵਿੱਚ ਬਿਠਾਉਣ ਲਈ ਕਿਰਾਇਆ ਵੀ ਨਹੀਂ ਸੀ ਦੇ ਸਕਦਾ। ਉਸਦੀ ਜੇਬ ਵਿੱਚ ਕੇਵਲ 30 ਪੈਸੇ ਸਨ। ਉਸਨੂੰ ਯਾਦ ਆਇਆ ਕਿ ਉਸਦਾ ਬੱਚਾ ਰਸ ਲੈ ਕੇ ਖਾਣਾ ਚਾਹੁੰਦਾ ਸੀ, ਪਰ ਕਈ ਵਾਰੀ ਬੱਚੇ ਦੀ ਇੱਛਾ ਪੂਰੀ ਨਹੀਂ ਸੀ ਕਰ ਸਕਦਾ। ਅੱਜ ਉਸਨੂੰ ਆਪਣੀ ਗਰੀਬੀ ਦਾ ਪੂਰੀ ਤਰ੍ਹਾਂ ਅਹਿਸਾਸ ਹੋਇਆ ਕਿ ਕਿਸੇ ਗਰੀਬ ਦੀ ਮਦਦ ਵੀ ਨਹੀਂ ਸੀ ਉਹ ਕਰ ਸਕਦਾ। ਉਸ ਬੁੱਢੀ ਮਾਈ ਨੂੰ ਬਾਗਾਂ ਵਾਲੇ ਤੱਕ ਸਾਈਕਲ ਛੱਡ ਕੇ ਆਉਣ ਬਾਰੇ ਸੋਚਿਆ ਸੀ, ਪਰ ਆਪਣੇ ਬੁਢਾਪੇ ਦਾ ਅਹਿਸਾਸ ਕਰਕੇ ਉਹ ਚੁੱਪ ਕਰ ਗਿਆ। ਉਹ ਇੰਨਾ ਸਾਈਕਲ ਚਲਾ ਕੇ ਪੜ੍ਹਾਉਣ ਦੀ ਤਿਆਰੀ ਨਹੀਂ ਸੀ ਕਰ ਸਕਦਾ। ਜਦੋਂ ਪ੍ਰੋਫੈਸਰ ਨੇ ਮਾਈ ਬੁੱਢੀ ਨੂੰ ਸ਼ਹਿਰ ਦੇ ਮੋੜ 'ਤੇ ਉਤਾਰਿਆ ਤਾਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜ ਰਿਹਾ ਸੀ। ਬਾਗਾਂ ਵਾਲੇ ਦੀ ਬੱਸ ਕੋਲੇ ਦੀ ਲੰਘ ਗਈ ਅਤੇ ਪ੍ਰੋਫੈਸਰ ਮਾਈ ਦੀ ਪੈਸਿਆਂ ਨਾਲ ਸਹਾਇਤਾ ਨਹੀਂ ਸੀ ਕਰ ਸਕਿਆ। ਲਾਲ ਚੀਰੇ ਵਾਲੇ ਨੇ ਆ ਕੇ ਮਾਈ ਨੂੰ ਕਿਹਾ ਕਿ ਉਹ ਉਸਦੇ ਸਾਈਕਲ 'ਤੇ ਬੈਠ ਜਾਵੇ। ਉਸ ਮਾਈ ਦੀ ਪੈਸਿਆਂ ਨਾਲ ਸਹਾਇਤਾ ਨਹੀਂ ਸੀ ਕਰ ਸਕਿਆ। ਲਾਲ ਚੀਰੇ ਵਾਲੇ ਨੇ ਆ ਕੇ ਮਾਈ ਨੂੰ ਕਿਹਾ ਕਿ ਉਹ ਉਸਦੇ ਸਾਈਕਲ 'ਤੇ ਬੈਠ ਜਾਵੇ। ਉਸਨੇ ਬਾਗਾਂ ਵਾਲੇ ਤੱਕ ਜਾਣਾ ਹੀ ਹੈ, ਉਸਨੂੰ ਅਗਾਂਹ ਸਹੇੜੇ ਤੱਕ ਵੀ ਛੱਡ ਆਵੇਗਾ। ਪ੍ਰੋਫੈਸਰ ਨੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਸਾਈਕਲ 'ਤੇ ਚੜ੍ਹਾਇਆ ਅਤੇ ਉਸਦਾ ਥੈਲਾ ਸਾਈਕਲ ਦੇ ਹੈਂਡਲ ਨਾਲ ਲਟਕਾ ਦਿੱਤਾ। ਪ੍ਰੋਫੈਸਰ ਪਹਿਲਾਂ ਉਸ ਚੀਰੇ ਵਾਲੇ ਬਾਰੇ ਸੋਚ ਰਿਹਾ ਸੀ। ਉਸਦੀ ਘਾਟ ਪੂਰੀ ਹੋ ਚੁੱਕੀ ਸੀ। ਚੀਰੇ ਵਾਲਾ ਵੀ ਪ੍ਰੋਫੈਸਰ ਨੂੰ ਓਪਰਾ ਨਾ ਸਮਝ ਕੇ ਆਪਣਾ ਹੀ ਸਮਝਣ ਲੱਗ ਪਿਆ ਸੀ। ਇਸ ਤਰ੍ਹਾਂ ਪ੍ਰੋਫੈਸਰ ਅਤੇ ਉਸ ਚੀਰੇ ਵਾਲੇ ਦੀ ਅੱਖਾਂ ਵਿੱਚ ਹੀ ਇਨਸਾਨੀਅਤ ਦੀ ਇੱਕ ਡੂੰਘੀ ਸਾਂਝ ਪੈ ਚੁੱਕੀ ਸੀ। ਇਸ ਤਰ੍ਹਾਂ ਜਿਹੜੀ ਇਹ ਕਹਾਣੀ ਹੈ ਬੇਟਾ, ਇਹ ਬਹੁਤ ਵਧੀਆ